ਧੰਨ ਵਾਹਿਗੁਰੂ ਜੀਓ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ। ਰਾਮ ਬਿਨਾ ਕੋ ਬੋਲੇ ਰੇ ਰਹਾਉ। ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਾਟੁ ਘਾਟੁ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖ ਅਨੰਤਾ, ਔਰ ਤਜਹੁ ਸਭ ਆਸਾ ਰੇ। ਪ੍ਰਣਵੈ ਨਾਮਾ ਭਏ ਨੇਹ ਕਾਮਾ, ਕੋ ਠਾਕੁਰ ਕੋ ਦਾਸਾ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਪਾਤਰ ਬਣ ਕੇ ਆਪ ਜੀ ਮਹਾਰਾਜ ਦੀ ਪਾਵਨ ਬਾਣੀ ਨਾਲ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਾਂਝ ਬਣਾ ਕੇ ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਬੜੇ ਸਤਿਕਾਰ ਸਹਿਤ ਸਰਵਣ ਕਰ ਰਹੇ ਸੀ। ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਪਾਵਨ ਸ਼ਬਦਾਂ ਦੀ ਲੜੀਵਾਰ ਵਿਚਾਰ ਕਰਦਿਆਂ ਹੋਇਆਂ ਇਸ ਲੜੀ ਤਹਿਤ ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਹੁਣੇ ਹੀ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 988 ਉੱਪਰ ਰਾਗ ਮਾਲੀ ਗੌੜਾ ਵਿੱਚ ਇਹ ਤੀਸਰਾ ਸ਼ਬਦ ਹੈ। ਇਸ ਰਾਗ ਵਿੱਚ ਕੁੱਲ 3 ਸ਼ਬਦ ਭਗਤ ਜੀ ਦੇ ਦਰਜ ਹਨ। ਜਿਵੇਂ ਪਿਛਲੇ ਦੀਵਾਨਾਂ ਵਿੱਚ ਇੱਕ ਨੁਕਤਾ, ਇੱਕ ਵਿਚਾਰ ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਸੀ ਕਿ ਕੋਈ ਗੱਲ ਕਹਿਣ ਵਾਸਤੇ, ਆਪਣਾ ਵਿਚਾਰ ਪ੍ਰਗਟ ਕਰਨ ਵਾਸਤੇ, ਆਪਣਾ ਮੈਸੇਜ ਕਨਵੇ ਕਰਨ ਵਾਸਤੇ ਜਿੱਥੇ ਸ਼ਬਦਾਵਲੀ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ, ਵਰਡਿੰਗ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਉੱਥੇ ਸਭ ਤੋਂ ਜ਼ਰੂਰੀ ਇੱਕ ਇਹ ਗੱਲ ਵੀ ਹੈ ਕਿ ਉਸ ਸ਼ਬਦਾਵਲੀ ਦੇ ਪਿੱਛੇ ਅਰਥ ਕੀ ਹੈ, ਗੱਲ ਕਹਿਣ ਵਾਲੇ ਦੀ ਭਾਵਨਾ ਕੀ ਹੈ, ਜੋ ਕੁਝ ਕਿਹਾ ਜਾ ਰਿਹਾ ਹੈ ਉਸ ਦਾ ਭਾਵ ਕੀ ਹੈ, ਉਹਦਾ ਮੀਨਿੰਗ ਕੀ ਨਿਕਲਦਾ ਹੈ। ਇਹ ਬੜੀ ਸਧਾਰਨ ਜਿਹਾ ਇੱਕ ਵਿਗਿਆਨ ਹੈ ਸਾਡਾ ਆਮ ਜੀਵਨ ਦਾ। ਤੁਸੀਂ ਕਈ ਵਾਰ ਵੇਖਣਾ, ਕਿਸੇ ਮਨੁੱਖ ਦੀ ਕਹੀ ਹੋਈ ਗੱਲ ਜਦੋਂ ਸਾਨੂੰ ਕਈ ਵਾਰ ਚੰਗੀ ਨਹੀਂ ਲੱਗਦੀ, ਹੋ ਸਕਦਾ ਸਾਡੇ ਸਮਝਣ ਵਿੱਚ ਕਈ ਵਾਰ ਫਰਕ ਪੈ ਜਾਂਦਾ ਹੈ। ਜਦੋਂ ਅਸੀਂ ਉਸ ਗੱਲ ਦੇ ਉੱਤੇ ਇਤਰਾਜ਼ ਕਰੀਏ ਕਿ ਇਹ ਗੱਲ ਸਹੀ ਨਹੀਂ ਹੈ, ਤੁਸੀਂ ਇਹ ਸ਼ਬਦ ਇਵੇਂ ਵਰਤੇ ਹਨ, ਇਵੇਂ ਗੱਲ ਕਹੀ ਹੈ, ਤਾਂ ਦੂਸਰਾ ਮਨੁੱਖ ਜਿਹੜਾ ਉਹ ਆਪਣੀ ਸਫਾਈ ਪੇਸ਼ ਕਰਦਿਆਂ ਕਹਿੰਦਾ ਵੀ ਮੇਰੀ ਇਹ ਭਾਵਨਾ ਨਹੀਂ ਗੱਲ ਕਰਨ ਦੀ, ਤੁਸੀਂ ਗਲਤ ਸਮਝੇ ਹੋ। ਤੁਹਾਨੂੰ ਗੱਲ ਹੋਰ ਤਰੀਕੇ ਨਾਲ ਤੁਸੀਂ ਇਸ ਨੂੰ
ਹੋਰ ਭਾਵ ਵਿੱਚ ਲੈ ਲਿਆ, ਮੇਰੀ ਭਾਵਨਾ ਤੇ ਆਹ ਹੈ ਗੱਲ ਕਰਨ ਦੀ, ਤੇ ਕਲੀਅਰ ਹੋ ਜਾਂਦਾ ਹੈ ਮੈਟਰ, ਗੱਲ ਸਪਸ਼ਟ ਹੋ ਜਾਂਦੀ ਹੈ। ਤੋ ਜਿੰਨਾ ਚਿਰ ਕਿਸੇ ਗੱਲ ਦੇ ਪਿੱਛੇ ਭਾਵਨਾ ਨੂੰ ਨਾ ਸਮਝਿਆ ਜਾਏ, ਜਿਵੇਂ ਆਪਾਂ ਸਾਰੇ ਹੀ ਘਰ ਪਰਿਵਾਰ ਵਾਲੇ, ਪਰਿਵਾਰ ਵਿੱਚ ਵੀ ਕਈ ਵਾਰ ਤੁਸੀਂ ਵੇਖੋ ਬੱਚਿਆਂ ਨੂੰ ਆਪਾਂ ਝਿੜਕ ਕੇ ਵੀ ਗੱਲ ਕਰਦੇ ਹਾਂ, ਸਾਡੇ ਮਾਂ-ਬਾਪ ਵੀ ਐਵੇਂ ਕਰਦੇ ਨੇ। ਕਈ ਵਾਰ ਉਹ ਪਿਆਰ ਨਾਲ ਗੱਲ ਕਰਦੇ ਹਨ, ਉਹਨਾਂ ਦੇ ਗੱਲ ਕਰਨ ਦੇ ਅੰਦਾਜ਼ ਵੱਖਰੇ ਵੱਖਰੇ ਹਨ। ਤੁਸੀਂ ਵੇਖੋ ਸਾਰੇ ਦਿਨ 'ਚ ਆਪਾਂ ਕਿੰਨੇ ਵੱਖਰੇ ਵੱਖਰੇ ਅੰਦਾਜ਼ ਵਿੱਚ ਵੱਖਰੀ ਵੱਖਰੀ ਸ਼ਬਦਾਵਲੀ ਵਰਤ ਕੇ ਬੱਚਿਆਂ ਨਾਲ ਗੱਲ ਕਰਦੇ ਹਾਂ, ਜਾਂ ਸਾਡੇ ਨਾਲ ਸਾਡੇ ਮਾਂ-ਬਾਪ ਗੱਲ ਕਰਦੇ ਆ, ਉਹਨਾਂ ਦੀ ਟਿਊਨ ਬਦਲ ਜਾਏਗੀ ਬਾਰ-ਬਾਰ। ਜਿਹੋ ਜਿਹੀ ਸਿਚੁਏਸ਼ਨ ਹੋਏਗੀ ਉਸ ਤਰ੍ਹਾਂ ਦੇ ਉਹ ਸ਼ਬਦ ਯੂਜ਼ ਕਰਨਗੇ, ਉਸ ਤਰ੍ਹਾਂ ਦੀ ਉਹਨਾਂ ਦੀ ਟਿਊਨਿੰਗ ਹੋਏਗੀ, ਉਸ ਤਰ੍ਹਾਂ ਦਾ ਗੱਲ ਕਹਿਣ ਦਾ ਅੰਦਾਜ਼ ਤੇ ਉਹਨਾਂ ਦਾ ਫੇਸ ਇੰਪ੍ਰੈਸ਼ਨ, ਬਾਡੀ ਲੈਂਗੁਏਜ, ਸਭ ਕੁਝ ਸਿਚੁਏਸ਼ਨ ਮੁਤਾਬਕ ਹੋਏ। ਉਹ ਦੱਸਦਾ ਹੈ ਵੀ ਉਹ ਗੱਲ ਸਧਾਰਨ ਤਰੀਕੇ ਨਾਲ ਕਰ ਰਹੇ ਨੇ, ਕੋਈ ਬਹੁਤ ਇੰਪੋਰਟੈਂਟ, ਬੜੀ ਮਹੱਤਵਪੂਰਨ ਗੱਲ ਕਰ ਰਹੇ ਨੇ, ਸਾਡੀ ਕਿਸੇ ਗੱਲ ਤੋਂ ਖਿਝ ਗਏ ਨੇ ਵੀ ਸਾਡੀ ਕੋਈ ਗਲਤੀ, ਸਾਡੀ ਕੋਈ ਭੁੱਲ ਸਾਡੇ ਕੋਲੋਂ ਹੋਈ ਹੋਵੇ, ਉਹ ਉਸ ਸਿਚੁਏਸ਼ਨ 'ਚ ਉਸ ਹਿਸਾਬ ਨਾਲ ਗੱਲ ਕਰਦੇ ਨੇ। ਅਲੱਗ-ਅਲੱਗ ਤਰ੍ਹਾਂ ਦੀ ਗੱਲ ਉਹੀ, ਕਹਿਣ ਵਾਲੇ ਉਹੀ ਨੇ, ਪਰ ਤੁਸੀਂ ਵੇਖੋ ਵੱਖਰੇ ਵੱਖਰੇ ਹਾਲਾਤ ਵਿੱਚ, ਵੱਖਰੇ ਵੱਖਰੇ ਟਾਈਮ ਉੱਤੇ, ਵੱਖਰੇ ਵੱਖਰੇ ਤਰੀਕੇ ਗੱਲ ਕਰਨ ਦੇ, ਤੇ ਸਾਰਾ ਕੁਝ ਹੀ ਚੇਂਜ ਹੋ ਜਾਂਦਾ। ਪਰ ਉਹ ਸਾਰੀ ਪ੍ਰਕਿਰਿਆ ਦੇ ਵਿੱਚੋਂ, ਪ੍ਰੋਸੈਸ ਦੇ ਵਿੱਚੋਂ, ਭਾਵੇਂ ਉਹਨਾਂ ਦੀ ਟਿਊਨਿੰਗ ਬਦਲ ਜਾਂਦੀ ਹੈ, ਗੱਲ ਕਰਨ ਦਾ ਲਹਿਜ਼ਾ ਬਦਲ ਜਾਂਦਾ ਹੈ, ਉਹਨਾਂ ਦੇ ਸਰੀਰ ਤੇ ਚਿਹਰੇ ਦੇ ਹਾਵ ਭਾਵ, ਬਾਡੀ ਲੈਂਗੁਏਜ ਬਦਲ ਜਾਂਦੀ ਹੈ, ਸ਼ਬਦਾਵਲੀ ਬਦਲ ਜਾਂਦੀ ਹੈ, ਹਰ ਚੀਜ਼ ਉਹਨਾਂ ਦੀ ਚੇਂਜ ਹੋ ਸਕਦੀ ਹੈ। ਪਰ ਇੱਕ ਗੱਲ ਤੈਅ ਹੁੰਦੀ ਹੈ ਵੀ ਉਹ ਸਾਡੇ ਮਾਂ-ਬਾਪ ਨੇ ਤੇ ਸਾਡੇ ਫਾਇਦੇ ਦੀ ਹੀ ਗੱਲ ਕਰ ਰਹੇ ਹੋਣਗੇ। ਉਹ ਇੰਨਾ ਕੁਝ ਬਦਲਣ ਦੇ ਬਾਵਜੂਦ ਵੀ ਇਹ ਖਿਆਲ ਸਾਡੇ ਅੰਦਰ ਪਰਪੱਕ ਹੁੰਦਾ ਹੈ ਵੀ ਸਾਡੇ ਮਾਂ-ਬਾਪ ਨੇ, ਸਾਡੇ ਵੱਡੇ ਨੇ, ਤੇ ਸਾਡੇ ਭਲੇ ਦੀ ਗੱਲ ਹੀ ਕਰਦੇ ਨੇ, ਭਾਵੇਂ ਉਹ ਸਹਿਜ ਨਾਲ ਕਰਨ ਤੇ ਭਾਵੇਂ ਕਾਹਲੇ ਪੈ ਕੇ ਕਰਨ, ਭਾਵੇਂ ਉਹਨਾਂ ਦੇ ਇੰਪ੍ਰੈਸ਼ਨ ਬਦਲ ਜਾਣ, ਸ਼ਬਦਾਵਲੀ ਬਦਲ ਜਾਏ, ਪਿੱਛੇ ਜਿਹੜਾ ਉਹਨਾਂ ਦਾ ਮੋਟਿਵ ਹੈ, ਜੋ ਮਕਸਦ ਹੈ ਉਹਨਾਂ ਦਾ, ਉਹ ਬੜਾ ਕਲੀਅਰ ਹੁੰਦਾ ਹੈ, ਬੜਾ ਸਪਸ਼ਟ ਹੁੰਦਾ ਹੈ। ਠੀਕ ਇਸੇ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਦੇਣ ਵਾਲੇ ਤਮਾਮ ਮਹਾਂਪੁਰਖਾਂ ਨੇ ਆਪਣੀ ਆਪਣੀ ਸਿਚੁਏਸ਼ਨ, ਹਾਲਾਤ ਮੁਤਾਬਕ ਸ਼ਬਦਾਵਲੀ ਵਰਤੀ। ਉਹਨਾਂ ਦੀ ਬਾਣੀ ਦੇ ਵਿੱਚ ਕੋਈ ਸ਼ਬਦ ਕਿਸੇ ਲਈ ਬਹੁਤ ਜ਼ਿਆਦਾ ਅਜ਼ੀਜ਼ ਹੈ, ਜਿਸ ਨੂੰ ਆਪਾਂ ਕਹਿੰਦੇ ਹਾਂ ਮੁੱਖ ਉੱਤੇ ਜ਼ਿਆਦਾ ਪ੍ਰਭਾਵਿਤ ਤਰੀਕੇ ਨਾਲ ਉਹਨਾਂ ਦੇ ਸ਼ਬਦਾਵਲੀ ਵਿੱਚ ਜ਼ਿਆਦਾ ਉਸ ਸ਼ਬਦ ਦੀ ਉਹਦੀ ਜਗ੍ਹਾ ਹੈ, ਉਹਦਾ ਸਥਾਨ ਹੈ, ਉਹ ਸ਼ਬਦ ਨੂੰ ਉਸ ਤਰੀਕੇ ਨਾਲ ਵਰਤਦੇ। ਪਰ ਉਹਨਾਂ ਸਭਨਾਂ ਦਾ ਜੋ ਉਪਦੇਸ਼ ਹੈ, ਪਿੱਛੇ ਜੋ ਭਾਵਨਾ ਹੈ, ਮਕਸਦ ਹੈ, ਉਹ ਮਨੁੱਖਤਾ ਦਾ, ਸਰਬੱਤ ਦਾ ਭਲਾ ਹੈ। ਮਨੁੱਖ ਨੂੰ ਇੱਕ ਸੁਚੱਜਾ ਤੇ ਆਦਰਸ਼ਕ ਰਾਹ ਵਿਖਾਲਣਾ ਹੈ। ਤੋ ਭਗਤ ਜੀ ਦੇ ਆਪਾਂ ਜਦੋਂ ਸ਼ਬਦ ਵਿਚਾਰ ਰਹੇ, ਮੈਂ ਗੱਲ ਇਸ ਕਰਕੇ ਇਸ ਸੰਦਰਭ ਵਿੱਚ ਕਹੀ ਹੈ ਕਿ ਉਹਨਾਂ ਬਹੁਤ ਸ਼ਬਦ ਵਰਤੇ ਨੇ ਆਪਣੀ ਬਾਣੀ 'ਚ, ਪਰ ਇਹ ਗੱਲ ਬੜੀ ਖਾਸ ਧਿਆਨ ਦੇਣ ਵਾਲੀ ਹੈ। ਸਭ ਤੋਂ ਵੱਧ ਰਮਈਆ, ਰਾਮ, ਬੀਟ, ਇਹ ਸ਼ਬਦਾਂ ਦੀ ਵਰਤੋਂ ਬਾਰ-ਬਾਰ ਆਪਣੇ ਸ਼ਬਦਾਂ ਵਿੱਚ ਕਰਦੇ, ਜਿਹਨੂੰ ਆਪਾਂ ਕਹਿੰਦੇ ਕੋਈ ਫੇਵਰਟ ਸ਼ਬਦ ਹੈ, ਕੋਈ ਜ਼ਿਆਦਾ ਸ਼ਬਦ ਕੋਈ ਯੂਜ਼ ਕਰਦਾ ਹੈ, ਲਿਖਦਾ ਹੈ, ਵਰਤਦਾ ਹੈ, ਉਹਨਾਂ ਦੀ ਬੋਲੀ ਦਾ ਹਿੱਸਾ ਬਣ ਜਾਂਦਾ ਹੈ। ਤੋ ਇਸ ਤਰ੍ਹਾਂ ਭਗਤ ਜੀ ਨੇ ਰਹਾਉ ਦੇ ਬੰਦ ਵਿੱਚ ਫਰਮਾਇਆ, ਸਭੈ ਘਟ। ਘਟ ਦਾ ਅਰਥ ਹੈ ਹਿਰਦਾ, ਸਰੀਰ, ਵਜੂਦ, ਜਿੰਨੇ ਵੀ ਵੱਖਰੇ ਵੱਖਰੇ ਕਿਸਮ ਦੇ ਵਜੂਦ ਹਨ, ਜਿੰਨੇ ਵੀ ਜੀਵ ਹਨ, ਜਿੰਨੀਆਂ ਵੀ ਵਸਤੂਆਂ ਹਨ, ਜਿੰਨੀਆਂ ਵੀ ਥਾਵਾਂ ਹਨ, ਜਿੰਨੇ ਵੀ ਵੱਖਰੇ ਵੱਖਰੇ ਸਟਰਕਚਰ ਹਨ ਜੀਵਾਂ ਦੇ, ਵਸਤੂਆਂ ਦੇ, ਉਹਨਾਂ ਵਿੱਚ ਕਿਸ ਦੀ ਸੱਤਾ ਕੰਮ ਕਰ ਰਹੀ ਹੈ, ਕਿਸ ਦੀ ਤਾਕਤ ਹੈ ਜੋ ਸਰਬ ਵਿਆਪੀ ਹੈ ਤੇ ਕਿਰਿਆਸ਼ੀਲ ਹੈ। ਅਸੀਂ ਸਾਰੇ ਜਾਣਦੇ ਹਾਂ ਸਾਡਾ ਸਰੀਰ ਕੁਝ ਤੱਤਾਂ ਦੀ ਖੇਡ ਹੈ, ਕੁਝ ਤੱਤਾਂ ਦੀ ਜੜਤ ਹੈ, ਕੁਝ ਤੱਤਾਂ ਦਾ ਸੰਗ੍ਰਹਿ ਹੈ, ਪਰ ਇਹਨਾਂ ਤੱਤਾਂ ਦੇ ਵਿੱਚ ਵੀ ਕੋਈ ਚੇਤਨਤਾ ਹੈ ਜਿਹੜੀ ਕੰਮ ਕਰਦੀ ਹੈ। ਅਸੀਂ ਪੈਦਾ ਹੋਏ ਹਾਂ ਉਹ ਚੇਤਨਾ ਦੇ ਵਿੱਚੋਂ ਸਾਡਾ ਇਹ ਸਰੀਰ, ਸਾਡਾ ਇਹ ਵਜੂਦ ਬਣਿਆ,
ਚੱਲ ਵੀ ਰਿਹਾ, ਕਿਰਿਆਸ਼ੀਲ ਇਹਨੂੰ ਆਪਾਂ ਕਹਿੰਦੇ ਹਾਂ, ਕਿਰਿਆ ਕਰ ਰਿਹਾ। ਜਦੋਂ ਇਹ ਪੰਜਾਂ ਤੱਤਾਂ ਦਾ ਢਾਂਚਾ ਖਤਮ ਵੀ ਹੋ ਜਾਏਗਾ, ਬਿਖਰ ਵੀ ਜਾਏਗਾ, ਉਸ ਤੋਂ ਬਾਅਦ ਵੀ ਉਹ ਚੇਤਨਤਾ ਸਦਾ ਕਾਇਮ ਰਹੇਗੀ, ਉਹ ਮਰੇਗੀ ਨਹੀਂ, ਮਿਟੇਗੀ ਨਹੀਂ, ਖਤਮ ਨਹੀਂ ਹੋਏਗੀ। ਯਾਨੀ ਕਿ ਉਹ ਰੈਗੂਲਰ ਉਹ ਵਰਕ ਕਰ ਰਹੀ ਹੈ, ਕੰਟੀਨਿਊ, ਉਹ ਲਗਾਤਾਰ ਹੀ। ਇਸ ਕਰਕੇ ਉਹਨੂੰ ਅਨਹੱਤ ਵੀ ਕਿਹਾ, ਅਨਹੱਤਾ ਸ਼ਬਦ ਵਾਜੰਤ ਭੇਰੀ। ਪਰ ਹਜ਼ੂਰ ਮਹਾਰਾਜ ਨੇ ਕਿਹਾ ਵੀ ਉਹ ਕੌਣ ਹੈ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਰਿਆਸ਼ੀਲ? ਕੋਈ ਹੈ? ਉਸ ਕੇਂਦਰੀ ਸੱਤਾ ਨੂੰ ਜਿਹੜੀ ਸਰਵਵਿਆਪੀ ਵੀ ਹੈ ਤੇ ਕਿਰਿਆਸ਼ੀਲ ਵੀ ਹੈ, ਜਿਸ ਵਿੱਚੋਂ ਹੀ ਹਰ ਇੱਕ ਚੀਜ਼ ਉਪਜ ਰਹੀ ਹੈ, ਜਿਸ ਦੀ ਬਦੌਲਤ ਚੱਲ ਰਹੀ ਹੈ, ਜਿਸ ਦੀ ਬਦੌਲਤ ਖੈ ਨਾਸ਼ ਹੋ ਰਹੀ ਹੈ। ਇਹ ਸਟਰਕਚਰ, ਇਹ ਢਾਂਚੇ, ਇਹ ਰੂਪ ਰੰਗ ਆਕਾਰ, ਇਹ ਪੈਦਾ ਹੁੰਦੇ, ਚੱਲਦੇ, ਮਿਟਦੇ, ਲਗਾਤਾਰ ਇਸੇ ਤਰ੍ਹਾਂ ਹੀ ਇਹ ਪ੍ਰੋਸੈਸ ਜਿਹੜਾ ਚੱਲੀ ਜਾ ਰਿਹਾ। ਪਰ ਇੱਕ ਮੂਲ ਚੇਤਨਤਾ ਹੈ ਜਿਹੜੀ ਕਦੇ ਮਿਟਦੀ ਨਹੀਂ, ਜਿਹੜੀ ਕਦੇ ਖਤਮ ਨਹੀਂ ਹੁੰਦੀ। ਮੈਨੂੰ ਇਹ ਵਾਕ ਬੜਾ ਪ੍ਰਭਾਵਿਤ ਕਰਦਾ ਹੈ, ਸਾਡੇ ਕਵੀ ਜੀ ਦਾ ਲਿਖਿਆ ਹੋਇਆ ਹੈ। ਮੈਨੂੰ ਪੂਰਨ ਤੌਰ ਦੇ ਉੱਤੇ ਕਵਿਤਾ ਦੇ ਬੋਲ ਯਾਦ ਨਹੀਂ ਹਨ, ਪਰ ਉਹਦਾ ਭਾਵ ਯਾਦ ਹੈ। ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਉਹਨਾਂ ਨੇ ਆਪਣੀ ਗੁਰੂ ਪਦਵੀ ਜਿਹੜੀ ਸੀ ਆਪਣੀ ਜਗ੍ਹਾ ਦੇ ਉੱਤੇ ਡਿਕਲੇਅਰ ਕੀਤਾ, ਐਲਾਨ ਕੀਤਾ। ਜੋਤ ਜੁਗਤ ਦੀ ਦਾਤ ਬਖਸ਼ੀ ਬਾਬਾ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ। ਤੇ ਜਿਸ ਵੇਲੇ ਉਹਨਾਂ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ, ਭਰੀ ਸੰਗਤ ਵਿੱਚ, ਪਰਿਵਾਰ ਦੀ ਹਾਜ਼ਰੀ ਵਿੱਚ, ਸਾਰੀ ਸੰਗਤ ਉੱਥੇ ਮੌਜੂਦ ਹੈ ਜਿੰਨੀ ਉਸ ਵੇਲੇ ਅਵੇਲੇਬਲ ਸੀ। ਹਜ਼ੂਰ ਨੇ ਆਖਿਆ, ਸਾਡਾ ਅੰਤਮ ਸਮਾਂ ਨਜ਼ਦੀਕ ਹੈ, ਸਰੀਰ ਹੁਣ ਬਹੁਤਾ ਸਮਾਂ ਨਹੀਂ ਟਿਕੇਗਾ, ਇਸ ਲਈ ਇਹ ਪਦਵੀ, ਇਹ ਜ਼ਿੰਮੇਵਾਰੀ ਤੁਸੀਂ ਸੰਭਾਲੋ। ਜਦੋਂ ਹਜ਼ੂਰ ਮਹਾਰਾਜ ਨੇ ਜ਼ਿੰਮੇਵਾਰੀ ਸੌਂਪੀ ਤੇ ਕਿਹਾ, ਇੱਕ ਉਪਦੇਸ਼ ਦਿੱਤਾ ਵੀ ਹੁਣ ਸਰੀਰ ਬਹੁਤਾ ਸਮਾਂ ਨਹੀਂ ਟਿਕੇਗਾ, ਤਾਂ ਇਹ ਬੜੀ ਵੈਰਾਗ ਵਾਲੀ ਗੱਲ ਸੀ। ਜਿੰਨੇ ਨਿਕਟਵਰਤੀ ਹਨ, ਜਿੰਨੇ ਨਜ਼ਦੀਕੀ ਹਨ, ਭਾਵੇਂ ਸਤਿਗੁਰਾਂ ਦਾ ਉਪਦੇਸ਼ ਮਨੁੱਖ ਦੀ ਸੁਰਤ ਨੂੰ ਬਹੁਤ ਉਚਾਈ ਤੇ ਲੈ ਜਾਣ ਵਾਲਾ, ਪਰ ਹਰ ਮਨੁੱਖ ਦੀ ਮਨੋ ਸਥਿਤੀ ਇੱਕੋ ਜਿਹੀ ਨਹੀਂ ਹੁੰਦੀ। ਤੋ ਜਦੋਂ ਕੁਝ ਸੇਵਕਾਂ ਨੇ, ਸ਼ਰਧਾਲੂਆਂ ਨੇ ਮਹਾਰਾਜ ਨੂੰ ਆਖਿਆ, ਸਤਿਗੁਰੂ ਤੁਹਾਡੀ ਇਹ ਗੱਲ ਨੇ ਸਾਡੇ ਅੰਦਰ ਬੜਾ ਵੈਰਾਗ ਪੈਦਾ ਕੀਤਾ। ਤੁਸੀਂ ਜਦੋਂ ਇਹ ਕਥਨ ਕਿਹਾ, ਇਹ ਵਾਕ ਕਿਹਾ, ਇਹ ਬਚਨ ਕੀਤਾ ਹੈ ਵੀ ਇਹ ਸਰੀਰ ਹੁਣ ਬਹੁਤਾ ਸਮਾਂ ਨਹੀਂ ਟਿਕੇਗਾ, ਤਾਂ ਮਨ ਨੂੰ ਬੜੀ ਧੂ ਤੇ ਖਿੱਚ ਜਿਹੀ ਪਈ ਹੈ ਕਿ ਕੀ ਉਹ ਵੀ ਦਿਨ ਆਏਗਾ, ਉਹ ਵੀ ਘੜੀ ਆਏਗੀ, ਉਹ ਵੀ ਪਲ ਆਏਗਾ, ਔਰ ਬਹੁਤ ਛੇਤੀ ਤੁਹਾਡੇ ਕਹਿਣ ਮੁਤਾਬਕ ਆ ਰਿਹਾ ਵੀ ਜਦੋਂ ਇਹ ਸਰੀਰ ਇਸ ਰੂਪ ਵਿੱਚ ਤੁਹਾਡੇ ਦੀਦਾਰ ਅਸੀਂ ਨਹੀਂ ਕਰ ਸਕਾਂਗੇ। ਇਹ ਜਿਹੜੀ ਇੱਕ ਸਾਂਝ ਬਣੀ ਹੋਈ ਹੈ, ਇੱਕ ਜੋੜ, ਇੱਕ ਸਤਸੰਗ ਮੇਲ ਬਣਿਆ ਹੋਇਆ, ਇਹ ਸਾਰਾ ਕੁਝ ਇਸ ਤਰ੍ਹਾਂ ਨਹੀਂ ਰਹੇਗਾ। ਜਦੋਂ ਆਮ ਵੀ ਤੁਸੀਂ ਸਧਾਰਨ ਕਦੇ ਫੀਲ ਕਰਕੇ ਵੇਖੋ, ਆਪਾਂ ਦੇਖਦੇ ਹਾਂ ਮੇਰੇ ਆਲੇ ਦੁਆਲੇ ਕੀ ਹੈ, ਮੇਰੇ ਕੋਲ ਕਿੰਨਾ ਕੁਝ ਹੈ, ਮੈਂ ਇਸ ਵੇਲੇ ਕਿਸ ਸਿਚੁਏਸ਼ਨ 'ਚ ਹਾਂ, ਫਿਜ਼ੀਕਲੀ, ਮੈਂਟਲੀ, ਔਰ ਆਲੇ ਦੁਆਲੇ ਮੇਰੇ ਰਿਸ਼ਤੇ ਨਾਤੇ, ਸਾਕ ਸੰਬੰਧੀ, ਮਿੱਤਰ, ਦੋਸਤ, ਪਰਿਵਾਰ, ਘਰ, ਸਾਰਾ ਕੁਝ। ਤੇ ਕਦੇ ਮਨ ਨੂੰ ਇਹ ਸਵਾਲ ਪੁੱਛ ਕੇ ਵੇਖੀਏ ਵੀ ਇਵੇਂ ਨਹੀਂ ਰਹੇਗਾ, ਜੋ ਅੱਜ ਹੈ ਇਹ ਇਵੇਂ ਰਹਿਣਾ ਨਹੀਂ। ਹੌਲੀ ਹੌਲੀ ਕਿਸੇ ਨਾ ਕਿਸੇ ਪਾਸਿਓਂ ਕੁਝ ਨਾ ਕੁਝ ਬਿਖਰਦਾ, ਟੁੱਟਦਾ, ਦੂਰ ਹੁੰਦਾ, ਲਗਾਤਾਰ ਇਹ ਟੁੱਟ ਭੱਜ ਜਾਰੀ। ਪਹਿਲੋਂ ਵੀ ਤਾਂ ਐਵੇਂ ਹੀ ਰਿਹਾ। ਤਾਂ ਕਈ ਵਾਰ ਮਨੁੱਖ ਦੇ ਮਨ ਦੇ ਅੰਦਰ ਇੱਕ ਰੰਜ ਜਿਹਾ ਵੀ ਪੈਦਾ ਹੁੰਦਾ ਹੈ, ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ, ਅਜੀਬ ਕਿਸਮ ਦਾ ਜੀਵਨ ਹੈ, ਕਿਸ ਤਰ੍ਹਾਂ ਦੀ ਇਹ ਸੰਸਾਰ ਦੀ ਰਚਨਾ ਤੇ ਖੇਡ ਹੈ, ਵੀ ਕਿੰਨਾ ਕੁਝ ਸਾਡੀ ਲਾਈਫ ਵਿੱਚ ਆਉਂਦਾ। ਬਚਪਨ ਤੋਂ ਲੈ ਕੇ ਤੁਸੀਂ ਵੇਖੋ ਕਿਤਨੇ ਲੋਕਾਂ ਦੇ ਸੰਪਰਕ ਵਿੱਚ ਆਪਾਂ ਆਏ, ਕਿੰਨੇ ਲੋਕ ਸਾਡੇ ਸੰਪਰਕ ਵਿੱਚ ਆਏ, ਕਿਸ ਤਰ੍ਹਾਂ ਦਾ ਸਾਡਾ ਬਚਪਨ ਗੁਜ਼ਰਿਆ। ਉਹ ਲੋਕ ਕਿੱਥੇ ਹਨ? ਉਹ ਕਿੱਧਰ ਚਲੇ ਗਏ ਹਨ? ਆਪਾਂ ਜਦੋਂ ਕਈ ਵਾਰ ਇਸੇ ਕਰਕੇ ਬੜੀ ਤਸੱਲੀ ਮਹਿਸੂਸ, ਜਦੋਂ ਆਪਣੇ ਬਚਪਨ ਨੂੰ ਯਾਦ ਕਰਦਾ ਹੈ ਕੋਈ, ਆਪਣੇ ਪਿਛਲੇ ਬੀਤੇ ਸਮੇਂ ਨੂੰ ਜਦੋਂ ਯਾਦ ਕਰਦਾ ਹੈ, ਜਿਨ੍ਹਾਂ ਥਾਵਾਂ ਤੇ ਮਨੁੱਖ ਜੰਮਿਆ ਪਲਿਆ, ਜਿਨ੍ਹਾਂ ਥਾਵਾਂ ਤੇ ਉਹ ਖੇਡਿਆ, ਜਿਨ੍ਹਾਂ ਲੋਕਾਂ ਨਾਲ ਉਹਦੀ ਸਾਂਝ ਰਹੀ, ਉਹ ਸਾਰੇ ਰਿਸ਼ਤੇ ਨਾਤੇ, ਦੋਸਤ ਮਿੱਤਰ, ਸਾਕ ਸੰਬੰਧੀ, ਭਾਈਚਾਰੇ ਦੇ, ਆਲੇ ਦੁਆਲੇ ਦੇ, ਗੁਆਂਢ ਦੇ, ਹਰ ਚੀਜ਼ ਕਿੰਨੀ ਤੇਜ਼ੀ ਨਾਲ ਜਿਉਂ-ਜਿਉਂ
ਸਾਡੀ ਉਮਰਾਂ ਹੋ ਰਹੀ ਹੈ, ਸਭ ਕੁਝ ਚੇਂਜ ਹੁੰਦਾ ਜਾ ਰਿਹਾ, ਬਦਲਦਾ ਜਾ ਰਿਹਾ, ਤਬਦੀਲ ਹੁੰਦਾ ਜਾ ਰਿਹਾ। ਤੇ ਜਿੱਥੇ ਅਸੀਂ ਅੱਜ ਹਾਂ, ਅੱਜ ਇਹ ਵੀ ਇਸੇ ਤਰ੍ਹਾਂ ਨਹੀਂ ਰਹੇਗਾ। ਜੋ ਕੁਝ ਅੱਜ ਸਾਡੇ ਕੋਲ ਹੈ, ਸਾਡੇ ਰਿਸ਼ਤੇ ਹਨ, ਪਰਿਵਾਰ ਹੈ, ਨਾਤੇ ਹਨ, ਸਾਡਾ ਆਪਣਾ ਸਰੀਰ ਹੈ, ਸਾਡਾ ਆਪਣਾ ਆਲਾ ਦੁਆਲਾ ਹੈ, ਸਭ ਕੁਝ ਗਰਦਸ਼ ਵਿੱਚ, ਸਫ਼ਰ ਵਿੱਚ। ਜੀ ਉਹ ਵਕਤ ਨਹੀਂ ਰਿਹਾ ਤੇ ਰਹੇਗਾ ਤੇ ਇਹ ਵੀ ਨਹੀਂ। ਇਹ ਲਗਾਤਾਰਤਾ ਕੁਦਰਤ ਵਿੱਚ ਬਣੀ ਹੋਈ ਹੈ। ਜਦੋਂ ਤੁਸੀਂ ਇਸ ਭਾਵ ਦੇ ਨਾਲ ਇਹਨਾਂ ਗੱਲਾਂ ਨੂੰ ਫੀਲ ਕਰਦੇ ਹੋ, ਅਹਿਸਾਸ ਦੇ ਪੱਧਰ ਦੇ ਉੱਤੇ ਵਿਚਾਰਦੇ ਹੋ, ਤੇ ਕਈ ਵਾਰ ਤੁਹਾਡੇ ਅੰਦਰ ਬੜੀ ਰੰਜ ਜਾਂ ਖਿੱਚ ਜੀ ਵੀ ਪੈਂਦੀ ਹੈ ਵੀ ਕੀ ਚੱਲ ਰਿਹਾ ਸਾਰਾ ਕੁਝ। ਤਾਂ ਮਨੁੱਖ ਨੂੰ ਇਸ ਗੱਲ ਦਾ ਕਈ ਵਾਰ ਦੁੱਖ ਵੀ ਉਹਦੇ ਅੰਦਰੋਂ ਪੈਂਦਾ ਵੀ ਨਹੀਂ ਰਹੇਗਾ ਇੰਨਾ ਕੁਝ, ਇਹ ਸਾਰਾ ਕੁਝ, ਇਹ ਹਾਲਤ, ਇਹ ਸਿਚੁਏਸ਼ਨ, ਇਹ ਤਾਲਮੇਲ, ਇਹ ਸਾਂਝਾ। ਤੋ ਇਸੇ ਤਰ੍ਹਾਂ ਹੀ ਉਹਨਾਂ ਦੇ ਮਨ ਵਿੱਚ ਵੀ ਹੋਇਆ ਹੋਏਗਾ। ਉਹਨਾਂ ਆਖਿਆ ਮਹਾਰਾਜ ਇਹ ਬੜੀ ਦੁੱਖ ਭਰੀ ਗੱਲ ਹੈ। ਮਹਾਰਾਜ ਨੇ ਉਹਨਾਂ ਨੂੰ ਇੱਕ ਬਚਨ ਯਾਦ ਕਰਾਇਆ। ਸਤਿਗੁਰੂ ਕਹਿੰਦੇ ਅਸਾਂ ਤੁਹਾਨੂੰ ਸਦਾ ਹੀ ਉਪਦੇਸ਼ ਦਿੱਤਾ ਹੈ ਕਿ ਕੋਈ ਚੀਜ਼ ਵੀ ਜਗਤ ਦੀ ਥਿਰ ਨਹੀਂ, ਕੋਈ ਪਦਾਰਥ, ਕੋਈ ਤੱਤਾਂ ਦਾ ਮੇਲ ਸਦਾ ਕਾਇਮ ਨਹੀਂ ਰਹਿੰਦਾ। ਇੱਕੋ ਹੀ ਚੀਜ਼ ਥਿਰ ਹੈ, ਉਹ ਪਰਮ ਸੱਤਾ ਹੈ, ਚੇਤਨਤਾ ਹੈ, ਸਦੀਵ ਕਾਲ ਉਹੀ ਸੱਚ ਹੈ। ਬਾਕੀ ਸਭ ਕੁਝ ਪੈਦਾ ਹੋ ਕੇ ਮਿਟ ਜਾਣ ਵਾਲਾ, ਪੁਰਾਣਾ ਹੁੰਦਾ, ਟੁੱਟਦਾ, ਬਿਖਰਦਾ, ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲੀ ਜਾਂਦਾ। ਤੇ ਇੱਕ ਉਦਾਹਰਣ ਮਹਾਰਾਜ ਨੇ ਵਰਤੀ, ਕਹਿੰਦੇ ਪਾਣੀ ਦਾ ਇੱਕ ਘੜਾ ਭਰ ਕੇ ਉਹਨੂੰ ਫਿਰ ਦੁਬਾਰਾ ਪਾਣੀ ਵਿੱਚ ਰੱਖ ਦਿੱਤਾ ਜਾਏ ਤੇ ਘੜੇ ਦੇ ਪਾਣੀ ਔਰ ਬਾਹਰ ਦੇ ਪਾਣੀ 'ਚ ਇੱਕੋ ਹੀ ਅੰਤਰ ਹੁੰਦਾ ਹੈ। ਉਹਦਾ ਨਖੇੜਾ ਇੱਕੋ ਹੀ ਚੀਜ਼ ਕਰਦੀ, ਮਿੱਟੀ ਦੀ ਉਹ ਪਰਤ ਜਿਹਦੇ ਨਾਲ ਘੜਾ ਬਣੇ। ਜੇ ਉਹਨੂੰ ਤੋੜ ਦਿੱਤਾ ਜਾਏ ਮਿੱਟੀ ਦੀ ਪਰਤ ਨੂੰ, ਕੀ ਹੋਏਗਾ? ਘੜੇ ਵਿਚਲਾ ਪਾਣੀ ਬਾਹਰ ਦੇ ਪਾਣੀ ਨਾਲ ਰਲ ਜਾਏਗਾ, ਤੁਸੀਂ ਨਖੇੜਾ ਨਹੀਂ ਕਰ ਸਕੋ। ਇਉਂ ਸਮਝੋ ਵੀ ਅਸੀਂ ਸਾਰੇ ਇੱਕ ਭਾਂਡੇ ਹਾਂ, ਘੜਿਆਂ ਦੀ ਨਿਆਈ। ਇਹ ਜਿਹੜੀ ਸਰੀਰ ਦੀ ਪਰਤ ਹੈ, ਹੱਡ ਮਾਸ ਦਾ ਤਨ ਹੈ, ਪੁਤਲਾ ਹੈ, ਜਿੰਨਾ ਚਿਰ ਇਸ ਬਿਹਾਫ ਉੱਤੇ, ਜਿੰਨਾ ਚਿਰ ਇਹ ਸਟਰਕਚਰ ਹਨ, ਫਿਜ਼ੀਕਲੀ ਢਾਂਚੇ ਹਨ ਸਰੀਰਾਂ ਦੇ, ਪਦਾਰਥਾਂ ਨੂੰ ਲੱਗਦਾ ਹਰ ਚੀਜ਼ ਸ਼ੈ ਵੱਖਰੀ ਹੈ, ਇੱਕ ਅਲੱਗ ਹੈ, ਕਾਇਮ ਰਹੇਗੀ, ਇਵੇਂ ਰਹੇਗੀ, ਪਰ ਇਹ ਪਰਤਾਂ ਟੁੱਟਦੀਆਂ ਰਹਿੰਦੀਆਂ ਨੇ। ਚੇਤਨਾ ਬਾਹਰ ਵੀ ਹੈ, ਚੇਤਨਾ ਸਾਡੇ ਅੰਦਰ ਵੀ ਹੈ। ਮਹਾਰਾਜ ਦੀ ਬਾਣੀ ਚੋਂ ਆਪਾਂ ਪੜ੍ਹਦੇ ਹਾਂ ਨਾ ਕਈ ਵਾਰ, ਅੰਤਰ ਬਾਹਰ ਹਰ ਪ੍ਰਭ ਏਕੋ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਉਹ ਸਾਡੇ ਆਪਣੇ ਵਜੂਦ ਵਿੱਚ, ਸਾਡੇ ਆਪਣੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਫਰਕ ਕੇਵਲ ਇਹ ਵੀ ਸਾਨੂੰ ਦੁਈ ਦਵੈਤ ਦਾ ਭੁਲੇਖਾ ਇਸ ਕਰਕੇ ਹੈ ਕਿ ਅਸੀਂ ਕੇਵਲ ਤਨ ਨੂੰ ਹੀ ਸੰਪੂਰਨ ਜੀਵਨ ਮੰਨਦੇ ਹਾਂ। ਸਰੀਰ ਹੀ ਸਭ ਹੋਏ, ਇਸ ਵਿੱਚ ਕੋਈ ਦੋ ਰਾਏ ਨਹੀਂ ਵੀ ਸਰੀਰ ਕਰਕੇ ਤੇ ਅਸੀਂ ਹਾਂ। ਅਸੀਂ ਜਦੋਂ ਅਸੀਂ ਕਹਿੰਦੇ ਹਾਂ ਸਾਡੀ ਆਇਡੈਂਟੀਟੀ, ਜੋ ਕੁਝ ਅਸੀਂ ਆ, ਉਹ ਸਰੀਰ ਕਰਕੇ ਹੀ ਹੈ ਨਾ। ਪਰ ਸਭੋ ਕੁਝ ਕੇਵਲ ਸਰੀਰ ਨਹੀਂ, ਇਸ ਨੂੰ ਚਲਾਉਣ ਵਾਲੀ ਸੱਤਾ ਸਭ ਤੋਂ ਵੱਡੀ ਇਸ ਦੀ ਮਾਲਕ ਹੈ, ਕਰਤਾ ਹੈ, ਉਹੀ ਇਸ ਨੂੰ ਚਲਾਉਣ ਵਾਲੀ ਹੈ। ਉਸ ਕਰਕੇ ਹੀ ਇਹ ਨਾਸ਼ ਹੋਏਗਾ। ਤਾਂ ਮਹਾਰਾਜ ਬਾਣੀ ਵਿੱਚ ਇਸੇ ਭਾਵ ਵਿੱਚ ਵਾਕ ਕਹਿ ਰਹੇ ਨੇ, ਸਭੈ ਘਟ ਰਾਮ ਬੋਲੇ। ਆਪਾਂ ਇੱਕ ਸ਼ਬਦ ਪਹਿਲਾਂ ਵਿਚਾਰਿਆ ਸੀ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿਤਰ ਬਚਿਤਰ ਵਿਮੋਹਿਤ ਬਿਰਲਾ ਬੂਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਰ ਨਹੀਂ ਕੋਈ, ਸੂਤ ਏਕ ਮਨ ਸ਼ਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਜਲ ਤਰੰਗਰ ਫੇਨ ਬੁੱਧਬੁੱਧਾ ਜਲ ਤੇ ਭਿੰਨ ਨਾ ਹੋਈ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤਾਨ ਨਾ ਕੋਈ। ਤੋ ਇੱਥੇ ਵੀ ਉਸੇ ਭਾਵ ਦਾ ਹੀ ਸ਼ਬਦ ਜਿਹੜਾ ਭਗਤ ਜੀ ਫਰਮਾ ਰਹੇ ਨੇ, ਉਹ ਵੀ ਭਗਤ ਨਾਮਦੇਵ ਸਾਹਿਬ ਦਾ ਸ਼ਬਦ ਹੈ, ਇਹ ਵੀ ਭਗਤ ਨਾਮਦੇਵ ਸਾਹਿਬ ਦਾ ਸ਼ਬਦ ਹੈ। ਸਭੈ ਘਟ ਰਾਮ ਬੋਲੇ, ਬੋਲ ਰਿਹਾ ਹੈ, ਗੂੰਜ ਰਿਹਾ ਹੈ, ਰਾਮਾ ਬੋਲੇ। ਰਾਮ ਬਿਨਾ ਕੋ ਬੋਲੇ, ਕੌਣ ਹੈ ਜੋ ਉਸ ਤੋਂ ਬਿਨਾ ਬੋਲ ਰਿਹਾ? ਕੌਣ ਹੈ ਜੋ ਉਸ ਤੋਂ ਬਿਨਾ ਗੂੰਜ ਰਿਹਾ ਹੈ? ਜਿਸ ਨੂੰ ਪਹਿਲੇ ਸ਼ਬਦ ਵਿੱਚ ਉਹਨਾਂ ਨੇ ਕਿਹਾ ਸੀ, ਧੰਨ ਧੰਨੋ ਰਾਮ ਬੇਨ ਬਾਜੈ। ਫਿਰ ਅੱਗੇ ਅਗਲੇ ਬੰਦ ਵਿੱਚ ਕਹਿੰਦੇ ਨੇ, ਏਕਲ ਮਾਟੀ, ਇੱਕੋ ਹੀ ਮਿੱਟੀ। ਮਿੱਟੀ ਦਾ ਮਤਲਬ ਇੱਥੇ ਤੱਤ ਹੈ, ਇੱਕੋ ਹੀ ਕੁਦਰਤੀ ਤੱਤ ਹਨ, ਪ੍ਰਾਕਿਰਤਕ ਤੱਤ ਹਨ। ਕੁੰਜਰ ਚੀਂਟੀ, ਕੁੰਜਰ ਭਾਵ ਕੁੰਚਰ ਤੋਂ ਹੈ, ਹਾਥੀ ਤੋਂ।
ਚੀਟੀ ਭਾਵ ਕੀੜੀ, ਕੀੜੀ ਤੋਂ ਲੈ ਕੇ ਹਾਥੀ ਤੱਕ, ਭਾਵ ਸੂਖਮ ਜੀਵਾਂ ਤੋਂ ਲੈ ਕੇ ਵੱਡੇ ਜੀਵਾਂ ਤੱਕ ਇੱਕੋ ਹੀ ਤੱਤ ਨੇ ਸਾਰਿਆਂ ਨੂੰ ਲੱਗੇ ਹੋਏ। ਇੱਕੇ ਹੀ ਤੱਤਾਂ ਦੀ ਬਣਤਰ ਵਿੱਚੋਂ ਸਾਰੇ ਪੈਦਾ ਹੋਏ। ਸਟਰਕਚਰ ਵੱਖਰੇ ਨੇ, ਢਾਂਚੇ ਵੱਖਰੇ ਨੇ। ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ। ਭਾਂਜਨ ਦਾ ਮਤਲਬ ਹੈ ਭਾਂਡੇ, ਨਾਨਾ ਦਾ ਮਤਲਬ ਹੈ ਕਈ ਕਿਸਮਾਂ ਦੇ। ਹਰ ਇੱਕ ਦੇ ਸਰੀਰ ਦੀ ਬਣਤਰ, ਰੂਪ, ਰੰਗ, ਆਕਾਰ, ਪਸ਼ੂ ਪੰਛੀ, ਜੀਵ, ਮਨੁੱਖ, ਸਾਰਾ ਕੁਝ। ਹੁਣ ਤੁਸੀਂ ਮਨੁੱਖ ਹੀ ਵੇਖ ਲਓ, ਆਪਾਂ ਕਿਸੇ ਬੰਦੇ ਨੂੰ ਵੇਖਦੇ ਹੀ ਅੰਦਾਜ਼ਾ ਲਾ ਲੈਂਦੇ ਵੀ ਧਰਤੀ ਦੇ ਇਸ ਕੋਨੇ ਦਾ ਰਹਿਣ ਵਾਲਾ ਹੋਏਗਾ। ਉਹਦੇ ਮੁਲਕ ਦਾ, ਉਹਦੇ ਕਲਚਰ ਦਾ ਵੀ ਅੰਦਾਜ਼ਾ ਲਾ ਲੈਂਦੇ ਵੀ ਕਿੱਥੋਂ ਦਾ ਬੰਦਾ ਹੈ। ਮਨੁੱਖਾਂ ਦੀਆਂ ਹੀ ਸ਼੍ਰੇਣੀਆਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ। ਮਨੁੱਖਾਂ ਦੇ ਰੂਪ, ਰੰਗ, ਆਕਾਰ, ਸਰੀਰਕ ਢਾਂਚੇ ਹੈ ਸਾਰੇ ਹੀ ਮਨੁੱਖ, ਪਰ ਉਹਨਾਂ ਦੀ ਬਣਤਰ ਵਿੱਚ ਹੀ ਇੰਨਾ ਵੱਡਾ ਵੱਡਾ ਅੰਤਰ ਹੈ। ਇਸੇ ਤਰ੍ਹਾਂ ਪਸ਼ੂ ਪੰਛੀ ਹਨ, ਜੀਵ ਜੰਤੂ ਹਨ, ਰੁੱਖ ਹੈ, ਬਨਸਪਤੀ ਹੈ, ਅਨੰਤ ਪ੍ਰਕਾਰ ਦੀ, ਕੋਈ ਕਿਸਮਾਂ ਗਿਣੀਆਂ ਹੀ ਨਹੀਂ ਜਾ ਸਕਦੀਆਂ। ਇਸੇ ਨੂੰ ਹਜ਼ੂਰ ਨੇ ਕਿਹਾ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨਿਓ ਕਰ। ਕਈ ਕਿਸਮ ਦੀ ਪ੍ਰਕਿਰਤਕ ਮਾਇਆ, ਪ੍ਰਕਿਰਤਕ ਰਚਨਾ ਉਸ ਮਾਲਕ ਨੇ ਕਈ ਰੰਗਾਂ ਦੀ, ਕਈ ਭਾਂਤਾਂ ਦੀ, ਕਈ ਕਿਸਮਾਂ ਦੀ ਪੈਦਾ ਕੀਤੀ। ਕੋਈ ਨਾ ਕਿਸੇ ਹੀ ਜਿਹਾ ਉਪਾਇਆ। तो माटी एक अनेक भांत कर साजी साजन हारै, ना कश पोच माटी के भांडे, ना कश पोच कुंभारै। साडी नज़र नूं कोई आकार चंगा ना लगे, वो वखरा विषय है। साडी सोच नहीं है सानू की चंगा लगता है की नहीं लगता, ये साडे ते डिपेंड है। पर हर चीज़ जिहड़ी वो अपने आप विच परमेश्वर ने जिन्नियां भी चीज़ां कुदरत ने घड़ियां ने, वो सारियां यूनीक ही ने, उत्तम ही ने। हो सकता है जे असी किसी बारे कहने भी आ आकार, स्ट्रक्चर, ये रंग जां ये ढांचा जां ये रूप सानू चंगा नहीं लग्या, अगला भी सानू कह सकता है मैनू भी तेरा रूप रंग जां तेरा शरीरक ढांचा मैनू भी चंगा नहीं लगता। तो ये अपना अपना हर एक दा मत है। पर गुरबाणी सानू ये दसदी माटी एक अनेक भांत कर साजी साजन हारै, ना कश पोच, पोच कमी नूं कहंदे माटी के भांडे, उन्हें कोई कमी नहीं रखी, वो वालों सब परफेक्ट ही, वो वालों सब यूनीक ही है। ना कश पोच कुंभार है, ना ही घड़न वाला घट है, ना घड़ी चीज़ घट है। तो सतगुरु महाराज इत्थे बख्शिश करते हैं, भांजन है बहु नाना रेव, शरीरां दे भांडे वखरे वखरे और कई किस्मां दे हैं। अस्थावर, जंगम, कीट पतंगम। अस्थावर कहते हैं जिहड़ी चीज़ एक जगह ते, जिवें रुख चल फिर नहीं सकते, पहाड़ ने, पर्बत ने, चल फिर नहीं सकते। जंगम हुंदा जिहड़ियां ट्रैवल करदियां ने चीज़ां, जिहड़ियां हिल जुल कर, जिवें मनुख है, पशु है, कीड़े मकोड़, बाकी जिन्नियां चीज़ां जिहड़ियां एक जगह तो दूजी जगह तक सफ़र कर लैंदियां सीधे रूप विच। अस्थावर का मतलब है जिहड़ियां सफ़र नहीं करदियां, वो अपनी जगह ते खड़ियां रहिंदियां। अस्थावर, जंगम, कीट पतंग, कीड़ियां पतंगियां विच भी आखदे ने घट घट राम समाना रहे। सबना विच ही उस परमेश्वर की सत्ता, उहदी होंद दे तत्त मौजूद हैं। फिर सानू समझाया कहते एकल चिंता राख अनंता। है भाई इत्थे चिंता तो भाव है चिंतन, चिंतन करना, जिन्हों आपां कहने ना ध्यान विच रखनी चीज़, बार बार उसका एहसास करना, उन्होंने चिंतन कहेंगे। एक ही चेता रख, एक ही ध्यान कर, इस विच अनंता, उस अनंत परमेश्वर विच जो बेअंत है, जिसकी कोई सीमा लिमिट हद नहीं, जो परे तो परे है, उस सर्वव्यापी और बेअंत परमेश्वर वाहिगुरु का ही ध्यान कर, उसे दा ही चेता कर, उस दे गुणा हुक्म ते सर्व व्यापकता तो, उसकी रचना तो सदके जा। आखदे ने और तजो सब आसारे। आसा तो भाव है झूठियां उम्मीदां, आसा तो भाव है एक परमेश्वर तो बिना जो दुई द्वैत वाला भाव है, वो दुई भी होर भी कुछ है जां उस तो कुछ वखरा है, जां उस तो कुछ वखरा भिन्न पैदा हुंदा है। भगत साहिबाना की बाणी तुसीं ये नुकता बहुत वड्डी पद्धर उत्ते व्यापक वेखोगे।
ਕਿਉਂਕਿ ਉਹਨਾਂ ਦੇ ਸਾਹਮਣੇ ਸਰਗੁਣ ਰੂਪ ਵਿੱਚ ਵੀ ਰੱਬ ਦੀ ਪੂਜਾ ਹੋ ਰਹੀ, ਪੱਥਰ, ਮਨੁੱਖ, ਦੇਵਤੇ, ਸਾਰੀਆਂ ਚੀਜ਼ਾਂ 'ਚ ਨਹੀਂ ਆ, ਉਹ ਸਭ ਦਵੈਤਾ ਭਾਵ ਹੈ, ਦੁਈ ਦਵੈਤ ਵਾਲੇ ਪਾਸੇ ਬੰਦੇ ਨੂੰ ਖੜਦਾ ਵੀ ਇਹੀ ਸਭੋ ਕੁਝ ਹੈ। ਭਗਤ ਸਾਹਿਬਾਨ ਨਿਰਗੁਣ ਧਾਰਾ ਦੇ ਉਪਾਸ਼ਕ ਸਨ ਵੀ ਇੱਕ ਹੀ ਸਰਵ ਵਿਆਪੀ ਹੋ ਕੇ ਇੱਕ ਹੀ ਏਕ ਅਨੇਕ ਹੋਏ ਬਿਸਤਰਿਓ ਆਨ ਰਿਆਨ ਭਰਪੂਰ ਸੋ। ਇਸ ਵਾਸਤੇ ਉਹ ਬਾਰ-ਬਾਰ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਨੇ, ਔਰ ਤਜੋ ਸਭਿਆਸਾ ਰੇ ਪ੍ਰਣਵੈ ਨਾਮਾ। ਨਾਮਦੇਵ ਆਖਦਾ ਹੈ ਭਏ ਨਿਹਕਾਮਾ। ਨਿਹਕਾਮ ਦਾ ਮਤਲਬ ਹੈ ਨਿਰਸਵਾਰਥ, ਭੈੜੀ ਵਾਸ਼ਨਾ ਤੋਂ ਮੁਕਤ ਹੋ ਜਾਂਦੇ ਹਨ ਉਹ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਗੁਣਾ ਉਹਦੀ ਇਬਾਦਤ ਵਿੱਚ ਜੁੜਦੇ ਹਨ। ਕੋ ਠਾਕੁਰ ਕੋ ਦਾਸਾਰੇ, ਫਿਰ ਕੀ ਮਾਲਕ ਤੇ ਕੀ ਸੇਵਕ, ਭਾਵ ਉਹ ਜੀਵ ਉਸ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ। ਠਾਕੁਰ ਤੇ ਦਾਸ ਵਾਲਾ, ਮਾਲਕ ਤੇ ਸੇਵਕ ਵਾਲਾ ਭੇਦ ਭਰਮ ਮਿਟ ਜਾਂਦਾ, ਉਹ ਆਪਣੇ ਮਾਲਕ ਜਿਹੇ ਹੀ ਹੋ ਜਾਂਦੇ ਹਨ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਉਸ ਮਾਲਕ ਪਰਮੇਸ਼ਰ ਵਰਗਾ ਹੀ ਰੂਪ ਹੋ ਜਾਂਦੇ ਹਨ ਜਿਹੜੇ ਉਸ ਦੀ ਯਾਦ, ਉਸ ਦੇ ਚਿੰਤਨ ਵਿੱਚ ਜੁੜਦੇ ਹਨ। ਸਾਹਿਬ ਕਿਰਪਾ ਕਰਨ, ਮਹਾਰਾਜ ਦਾ ਇਹ ਪਾਵਨ ਸ਼ਬਦ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਸ਼੍ਰੀ ਹਜ਼ੂਰ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ, ਅਦਬ ਸਹਿਤ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।